ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਇੱਕ ਸ਼ਲੋਕ ਹੈ, ਉਹਦੇ ਆਪਾਂ ਅਰਥਾਂ ਨੂੰ ਸਮਝਣ ਦਾ ਯਤਨ ਕਰਨਾ ਹੈ। ਕੱਲ੍ਹ ਮੈਂ ਜ਼ਿਕਰ ਕੀਤਾ ਸੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦੀ ਜਦੋਂ ਸਾਧ ਸੰਗਤ ਜੀ ਅਕਬਰ ਦੇ ਦਰਬਾਰ ਦੇ ਵਿੱਚ ਪੰਡਤਾਂ ਬ੍ਰਾਹਮਣਾਂ ਨੇ, ਜਾਤ ਅਭਿਮਾਨੀਆਂ ਨੇ, ਉਹਨਾਂ ਨੇ ਕਰ ਦਿੱਤੀ ਸ਼ਿਕਾਇਤ। ਇਹਨਾਂ ਨੇ ਜੀ ਬੌਲੀ ਬਣਾਈ ਆ ਅਤੇ ਬੌਲੀ ਵਿੱਚ ਸਾਰੇ ਨਹਾਈ ਜਾਂਦੇ ਨੇ। ਇੱਕ ਥਾਂ 'ਤੇ ਖਲੋਤੇ ਹੋਏ ਪਾਣੀ ਦੇ ਵਿੱਚ ਸਾਰੇ ਨਹੀਂ ਸੀ ਨਹਾ ਸਕਦੇ। ਇਹਦੇ ਨਾਲ ਫਿਰ ਜਾਤ ਪਾਤ ਦਾ ਵਿਤਕਰਾ ਨਹੀਂ ਸੀ ਰਹਿੰਦਾ। ਪਿੰਡਾਂ ਦੇ ਵਿੱਚ ਜਿਹੜੇ ਖੂਹ ਹੁੰਦੇ ਸੀ ਨਾ, ਖੂਹ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਸੀ। ਇਹ ਜ਼ਿਮੀਂਦਾਰਾਂ ਦਾ ਖੂਹ ਆ, ਇਹ ਬ੍ਰਾਹਮਣਾਂ ਦਾ ਖੂਹ ਆ, ਇਹ ਸ਼ੂਦਰਾਂ ਦਾ ਖੂਹ ਹੈ। ਅਲੱਗ-ਅਲੱਗ ਖੂਹ ਹੁੰਦੇ ਸੀ। ਵੱਡੀ ਜਾਤ ਵਾਲਿਆਂ ਦੇ ਖੂਹ ਦੇ ਉੱਤੋਂ ਨੀਵੀਂ ਜਾਤ ਵਾਲੇ ਲੋਕ ਪਾਣੀ ਨਹੀਂ ਸੀ ਭਰ ਸਕਦੇ। ਜੇ ਕਿਤੇ ਭੁੱਲ ਭੁਲੇਖੇ ਨਾਲ ਨੀਵੀਂ ਜਾਤ ਵਾਲਾ ਬੰਦਾ ਵੱਡੀ ਜਾਤ ਵਾਲਿਆਂ ਦੇ ਖੂਹ ਦੇ ਉੱਤੇ ਚਲਿਆ ਜਾਵੇ, ਭਾਵੇਂ ਕੋਈ ਨਿੱਕਾ ਨਿਆਣਾ ਹੀ ਹੋਵੇ, ਖੂਹ 'ਤੇ ਪਰਛਾਵਾਂ ਪੈ ਜਾਵੇ ਨੀਵੀਂ ਜਾਤ ਦੇ ਬੱਚੇ ਦਾ, ਬੰਦੇ ਦਾ, ਉਹ ਖੂਹ ਭ੍ਰਿਸ਼ਟ ਹੋ ਜਾਂਦਾ ਸੀ। ਬਾਅਦ ਵਿੱਚ ਉਹਨੂੰ ਫਿਰ ਸ਼ੁੱਧ ਕਰਨਾ ਪੈਂਦਾ ਸੀ। ਉਹਦੇ ਵਾਸਤੇ ਪੰਡਤ ਨੂੰ ਸੱਦਣਾ ਪੈਂਦਾ ਸੀ ਅਤੇ ਉਹ ਫਿਰ ਉੱਥੇ ਆਣ ਕੇ ਖੂਹ 'ਤੇ ਮੰਤਰ ਪੜ੍ਹਦਾ ਸੀ ਅਤੇ ਖੂਹ ਦੇ ਵਿੱਚ ਫਿਰ ਗਾਂ ਦਾ ਮੂਤ ਇਤਿਆਦਿ ਕੋ ਚੀਜ਼ਾਂ ਪਾ ਕੇ ਖੂਹ ਨੂੰ ਫਿਰ ਸ਼ੁੱਧ ਕਰਦੇ ਸੀ। ਉਹ ਅਲੱਗ ਇੱਕ ਵਿਸ਼ਾ। ਕਹਿਣ ਦਾ ਭਾਵ ਵੀ ਜਾਤ ਪਾਤ ਦਾ ਇੰਨਾ ਜ਼ਿਆਦਾ ਵਿਤਕਰਾ ਸੀ। ਅਤੇ ਜੇ ਨਹਾਉਣ ਦੀ ਗੱਲ ਆ, ਖਲੋਤੇ ਪਾਣੀ ਵਿੱਚ ਸਾਰੇ ਨਹੀਂ ਸੀ ਨਹਾਉਂਦੇ। ਜਿਵੇਂ ਮੰਨ ਲਓ ਕੋਈ ਨਦੀ ਵਗਦੀ ਹੋਵੇ, ਜਿਹੜੇ ਪਾਸਿਓਂ ਪਾਣੀ ਆ ਰਿਹਾ ਵਾ, ਸਭ ਤੋਂ ਪਹਿਲਾਂ ਉੱਥੇ ਪੰਡਤ ਨਹਾਏਗਾ। ਨੀਵੀਂ ਜਾਤ ਵਾਲਾ ਉਸ ਤੋਂ ਪਹਿਲਾਂ ਨਹੀਂ ਨਹਾ ਸਕਦਾ। ਇਸ ਤਰ੍ਹਾਂ ਹਰ ਕੰਮ ਦੇ ਵਿੱਚ ਵਿਤਕਰਾ ਕੀਤਾ ਜਾਂਦਾ ਸੀ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਬਣਾ ਦਿੱਤੀ ਬੌਲੀ ਗੋਇੰਦਵਾਲ ਸਾਹਿਬ ਦੀ। ਉੱਥੇ ਸਾਰੇ ਇਸ਼ਨਾਨ ਕਰੋ। ਪੰਡਤਾਂ ਨੇ ਕਿਹਾ ਜੀ ਇਹ ਤਾਂ ਸਾਰੀ ਖੇਡ ਹੀ ਇਹਨਾਂ ਨੇ ਵਿਗਾੜ ਕੇ ਰੱਖ ਦਿੱਤੀ ਆ, ਕੋਈ ਊਚ ਨੀਚ ਦਾ ਵਿਤਕਰਾ ਰਿਹਾ ਹੀ ਨਹੀਂ। ਕਹਿੰਦੇ ਇੱਕੋ ਹੀ ਸਾਰੀ ਪੰਗਤ 'ਚ ਬਹਿ ਜਾਓ, ਇੱਕੋ ਹੀ ਸਾਰੀ ਬੌਲੀ ਦੇ ਵਿੱਚ ਨਹਾਈ ਜਾਓ। ਇੱਕ ਬਾਣੀ ਉਚਾਰਨ ਕਰੀ ਜਾਂਦੇ ਆ, ਪਤਾ ਨਹੀਂ ਕੀ ਕੁਝ ਲਿਖੀ ਜਾਂਦੇ ਨੇ, ਬਾਣੀ ਉਚਾਰਨ ਕਰੀ ਜਾਂਦੇ ਆ। ਬਾਣੀ ਵਿੱਚ ਕਹਿੰਦੇ ਨਹੀਂ ਸਾਰੇ ਰੱਬ ਦਾ ਹੀ ਰੂਪ ਨੇ ਜੀ, ਇੱਥੇ ਕੋਈ ਬ੍ਰਾਹਮਣ ਨਹੀਂ, ਕੋਈ ਇੱਥੇ ਸ਼ੂਦਰ ਨਹੀਂ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਰੇ ਰੱਬ ਦੇ ਹੀ ਇਨਸਾਨ ਨੇ, ਕੋਈ ਨਹੀਂ ਹੁੰਦਾ ਜਾਤ ਪਾਤ ਦਾ ਵਿਤਕਰਾ ਜੀ। ਇੱਦਾਂ ਦੀਆਂ ਗੱਲਾਂ ਕਰੀ ਜਾਂਦੇ ਆ। ਸਾਡੀਆਂ ਤਾਂ ਵੇਦਾਂ, ਸ਼ਾਸਤਰਾਂ, ਸਿਮਰਤੀਆਂ ਦੀ ਮਰਿਆਦਾ ਨੂੰ ਇਹਨਾਂ ਨੇ ਢਾਹ ਲਾ ਦਿੱਤੀ ਆ। ਗੁਰੂ ਸਾਹਿਬ ਜੀ ਦੀਆਂ ਹੋਈਆਂ ਸ਼ਿਕਾਇਤਾਂ। ਇੱਕ ਸ਼ਿਕਾਇਤ ਲੈ ਕੇ ਗੋਇੰਦਵਾਲ ਸਾਹਿਬ ਦਾ ਜਿਹੜਾ ਈਰਖਾਲੂ ਸੀ ਨਾ, ਉਹ ਅਕਬਰ ਦੇ ਕੋਲ ਜਾਣਾ ਚਾਹੁੰਦਾ, ਬਾਦਸ਼ਾਹ ਦੇ ਕੋਲ ਡਾਇਰੈਕਟ ਸ਼ਿਕਾਇਤ ਕਰਨੀ ਚਾਹੁੰਦਾ, ਸਿੱਧੀ ਸ਼ਿਕਾਇਤ ਕਰਨੀ ਚਾਹੁੰਦਾ ਵੀ ਬਾਦਸ਼ਾਹ ਨੂੰ ਮੈਂ ਸਿੱਧਾ ਮਿਲਾਂ। ਅਤੇ ਹੁਣ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਸਿੱਧਾ ਮਿਲਣਾ ਕਿੰਨਾ ਮੁਸ਼ਕਿਲ ਆ। ਆਪਾਂ ਤਾਂ ਆਪਣੇ ਤੋਂ ਉੱਤੇ ਥੋੜ੍ਹੇ ਜਿਹੇ ਜਿਹੜੇ ਵੱਡੇ ਅਧਿਕਾਰੀ ਉਹਨਾਂ ਨਾਲ ਹੀ ਗੱਲਬਾਤ ਕਰ ਸਕਦੇ ਆ ਨਾ। ਜੇ ਕੋਈ ਬੰਦਾ ਕਹੇ ਵੀ ਮੈਂ ਤਾਂ ਜੀ ਸਿੱਧਾ ਪ੍ਰਧਾਨ ਮੰਤਰੀ ਨਾਲ ਗੱਲ ਕਰਨੀ, ਨਹੀਂ ਕਰ ਸਕਦਾ ਆਮ ਬੰਦਾ। ਉਹ ਹੋਰ ਅਹੁਦੇਦਾਰਾਂ ਦੇ ਨਾਲ ਗੱਲ ਕਰ ਸਕਦਾ, ਸਿੱਧਾ ਪ੍ਰਧਾਨ ਮੰਤਰੀ ਨਾਲ, ਸਿੱਧਾ ਰਾਸ਼ਟਰਪਤੀ ਨਾਲ ਗੱਲ ਨਹੀਂ ਕਰ ਸਕਦਾ, ਬੜਾ ਮੁਸ਼ਕਿਲ ਹੁੰਦੀ ਆ। ਤਾਂ ਇਹ ਹੁਣ ਜਿਹੜਾ ਗੋਇੰਦਵਾਲ ਸਾਹਿਬ ਦਾ ਸ਼ਿਕਾਇਤੀਆ ਵਾ, ਇਹ ਚਾਹੁੰਦਾ ਵੀ ਮੈਂ ਸਿੱਧਾ ਅਕਬਰ ਬਾਦਸ਼ਾਹ ਕੋਲ ਸ਼ਿਕਾਇਤ ਕਰਨੀ ਆ। ਹੁਣ ਅਕਬਰ ਬਾਦਸ਼ਾਹ ਤੇਰੀ ਸ਼ਿਕਾਇਤ ਸੁਣਨ ਵਾਸਤੇ ਬੈਠਾ, ਉਹਦੇ ਕੋਲ ਹੋਰ ਵੀ ਤਾਂ ਕਿੰਨੇ ਕੰਮ ਨੇ। ਸਾਰੇ ਹਿੰਦੁਸਤਾਨ ਦੇ ਉੱਤੇ ਕੰਟਰੋਲ ਕਰਨਾ, ਕਿੰਨਾ ਵੱਡਾ ਹਿੰਦੁਸਤਾਨ, ਉਹ ਸਾਰੇ ਦਾ ਹਿਸਾਬ ਕਿਤਾਬ ਵੇਖਣਾ। ਫਿਰ ਇੱਕ ਉਦੋਂ ਤਰੀਕਾ ਚੱਲਿਆ ਆਉਂਦਾ ਸੀ, ਇੱਕ ਮਰਿਆਦਾ ਚੱਲੀ ਆਉਂਦੀ ਸੀ। ਇੱਕ ਹੁੰਦਾ ਸੀ ਜੁੱਲਾ। ਜੁੱਲਾ ਮਤਲਬ ਇੱਕ ਬੜਾ ਭੈੜਾ ਜਿਹਾ ਚੋਲਾ ਹੁੰਦਾ ਸੀ, ਨੀਲੇ ਜਿਹੇ ਰੰਗ ਦਾ, ਮੈਲਾ ਕੁਚੈਲਾ, ਫਟਿਆ, ਟਾਕੀਆਂ ਲੱਗੀਆਂ, ਮੈਲ ਨਾ ਭਰਿਆ। ਜੇ ਕੋਈ ਬੰਦੇ ਦੀ ਬੇਵਾਸੀ ਹੋ ਜਾਵੇ, ਜੇ ਕੋਈ ਬੰਦਾ ਜ਼ਿਆਦਾ ਹੀ ਦੁਖੀ ਹੋਵੇ, ਉਹਦੀ ਸ਼ਿਕਾਇਤ ਕੋਈ ਸੁਣਦਾ ਹੀ ਨਾ ਹੋਵੇ, ਫਿਰ ਉਹ ਬੰਦਾ ਆਪਣੇ ਸਰੀਰ ਦੇ ਉੱਤੇ ਇਹੋ ਜਿਹਾ ਮੈਲਾ ਕੁਚੈਲਾ ਚੋਲਾ ਪਾ ਕੇ, ਬੜਾ ਫਟੇ ਪੁਰਾਣੇ ਕੱਪੜੇ ਪਾ ਕੇ
ਫਿਰ ਬਾਦਸ਼ਾਹ ਦੇ ਦਰਬਾਰ ਦੇ ਉੱਤੇ ਖਲੋ ਜਾਂਦਾ ਸੀ। ਜਦੋਂ ਬਾਦਸ਼ਾਹ ਲੰਘਦਾ ਸੀ ਉਹਦੀ ਨਜ਼ਰ ਪੈਂਦੀ ਸੀ ਵੀ ਆਹ ਬੰਦਾ ਇੰਨਾ ਦੁਖੀ ਵਿਚਾਰਾ, ਇਹਨੂੰ ਪੁੱਛੋ ਕੀ ਗੱਲ ਆ, ਤਾਂ ਕਿਤੇ ਉਹਦੀ ਵਾਰੀ ਆਉਂਦੀ ਸੀ ਜਾ ਕੇ। ਅਤੇ ਜਿਹੜਾ ਸ਼ਿਕਾਇਤ ਕਰਨ ਵਾਲੇ ਹੁੰਦੇ ਉਹ ਬੇਸ਼ੱਕ ਜੋ ਮਰਜ਼ੀ ਕਰਨਾ ਪੈ ਜਾਵੇ, ਹੋਰ ਕਿਸੇ ਕੰਮ ਵਾਸਤੇ ਭਾਵੇਂ ਅਸੀਂ ਉੱਦਮ ਨਾ ਕਰੀਏ, ਪਰ ਕਿਸੇ ਦਾ ਬੁਰਾ ਕਰਨਾ ਹੋਵੇ ਉਹਦੇ ਵਾਸਤੇ ਅਸੀਂ ਹਰ ਸਮੇਂ ਤਿਆਰ ਹਾਂ। ਗੁਰਬਾਣੀ ਦੇ ਬਚਨ ਨੇ, ਚੰਗਿਆਈ ਆਲਕ ਕਰੇ, ਚੰਗਾ ਕੰਮ ਕਰਨ ਲੱਗੇ ਅਸੀਂ ਆਲਸ ਕਰ ਜਾਂਦੇ ਹਾਂ, ਅਤੇ ਬੁਰਿਆਈ ਹੋਏ ਸ਼ੇਰ, ਬੁਰਾ ਕੰਮ ਕਰਨਾ ਹੋਵੇ ਫਿਰ ਅਸੀਂ ਸ਼ੇਰ ਹਾਂ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਬੁਰੇ ਕੰਮ ਕਰਨੇ, ਬੁਰੇ ਕੰਮ ਇਹ ਵੀ ਤਾਂ ਬੁਰਾ ਕੰਮ ਹੀ ਆ। ਟਰੈਕਟਰ ਅਤੇ ਟਰਾਲੀ ਨੂੰ ਚੰਗੀ ਤਰ੍ਹਾਂ ਸ਼ਿੰਗਾਰਨਾ, ਉਹਦੇ ਵਿੱਚ ਚੰਗਾ ਵਧੀਆ ਸਾਊਂਡ ਸਪੀਕਰ ਫਿੱਟ ਕਰਨੇ, ਤਾਜ਼ੀ ਦਾੜੀ ਅਤੇ ਕੇਸ ਕਟਾ ਕੇ, ਸੋਹਣੇ ਨਵੇਂ ਕੱਪੜੇ ਪਾ ਕੇ, ਕੜੇ ਪਾ ਕੇ, ਸਿਰ 'ਤੇ ਰੁਮਾਲ ਬੰਨ੍ਹ ਕੇ ਅਸੀਂ ਜੀ ਅਨੰਦਪੁਰ ਸਾਹਿਬ ਮੇਲਾ ਵੇਖਣ ਵਾਸਤੇ ਚੱਲੇ ਹਾਂ। ਆਹ ਪਿੱਛੇ ਵੀਡੀਓ ਐਵੇਂ ਦੀਆਂ ਵਾਇਰਲ ਹੋਈਆਂ, ਨੌਜਵਾਨਾਂ ਨੇ ਵਿੱਚ ਪੰਜਾਬੀ ਗੀਤ ਲਾਏ ਅਤੇ ਭੰਗੜੇ ਪਾਉਂਦੇ ਜਾਣ। ਅਸੀਂ ਜੀ ਉਹ ਅਨੰਦਪੁਰ ਸਾਹਿਬ ਜਾ ਰਹੇ ਹਾਂ, ਸ਼ੁਗਲ ਮੇਲਾ, ਰੌਣਕ ਮੇਲਾ ਵੇਖਣ ਵਾਸਤੇ। ਲੱਭਣਾ ਕੁਝ ਨਹੀਂ, ਲਾਭ ਕੋਈ ਨਹੀਂ ਹੋਣਾ। ਇੱਕ ਭਉ ਲੱਥੀ ਨਾਤਿਆਂ, ਦੋਏ ਭਾ ਚੜੀਅਸ ਹੋਰ। ਅਤੇ ਜੇ ਇਹਨਾਂ ਨੌਜਵਾਨਾਂ ਨੂੰ ਕਹੀਏ ਵੀ ਤੁਸੀਂ ਗੁਰਦੁਆਰਾ ਸਾਹਿਬ ਕਿਉਂ ਨਹੀਂ ਆਣ ਕੇ ਬੈਠਦੇ, ਕੋਈ ਗੁਰੂ ਦੀ ਬਾਣੀ ਸੁਣਿਆ ਕਰੋ, ਕੋਈ ਜਪਜੀ ਸਾਹਿਬ ਦੇ ਅਰਥ ਪੜ੍ਹ ਲਓ, ਨਹੀਂ ਜੀ ਉਹ ਨਹੀਂ ਸਾਡੇ ਕੋਲ ਸਮਾਂ ਹੈ, ਚੰਗੇ ਕੰਮਾਂ ਵਾਸਤੇ ਸਾਡੇ ਕੋਲ ਟਾਈਮ ਹੀ ਹੈ ਨਹੀਂ ਆ। ਅਤੇ ਭੱਜ ਨੱਠ ਕਰਨੀ ਹੋਵੇ, ਰੌਲਾ ਰੱਪਾ ਹੋਵੇ, ਇੱਦਾਂ ਦੇ ਕੰਮ, ਉਹਦੇ ਵਾਸਤੇ ਅਸੀਂ ਸ਼ੇਰ ਹਾਂ। ਤਾਂ ਸ਼ਿਕਾਇਤ ਕਰਨ ਵਾਸਤੇ, ਬੁਰਾ ਕੰਮ ਕਰਨ ਵਾਸਤੇ ਮਨੁੱਖ ਹਰ ਸਮੇਂ ਤਿਆਰ ਰਹਿੰਦਾ। ਇੱਕ ਬੰਦਾ ਸੀ, ਉਹਨੇ ਦੱਸਿਆ, ਕਹਿਣ ਲੱਗਾ ਵੀ ਭਾਈ ਸਾਹਿਬ ਤੁਹਾਡੇ ਨਾਲ ਦੇ ਸਿੰਘ ਜਿਹੜੇ ਕਥਾ ਕਰਦੇ ਨੇ ਨਾ, ਮੈਂ ਇਹਨਾਂ ਦੀ ਕਥਾ ਰੋਜ਼ 1 ਘੰਟਾ ਸੁਣ ਜਾਂਦਾ ਵਾਂ। ਫਿਰ ਮੈਂ ਆਪਣੇ ਘਰ ਇੱਕ ਰਜਿਸਟਰ ਲਾਇਆ ਹੋਇਆ ਵਾ, ਉਸ ਰਜਿਸਟਰ ਦੇ ਵਿੱਚ ਮੈਂ ਜਾ ਕੇ ਲਿਖਦਾ ਵਾਂ। ਕੀ ਲਿਖਦਾ ਵਾਂ? ਵੀ ਕਥਾ ਦੇ ਵਿੱਚ ਸਾਖੀਆਂ ਕਿਹੜੀਆਂ ਸੁਣਾਈਆਂ। ਕੀ ਲਿਖਦਾ ਵਾਂ? ਵੀ ਕਥਾ ਦੇ ਵਿੱਚ ਗੁਰਬਾਣੀ ਦੀਆਂ ਪੰਗਤੀਆਂ ਕਿਹੜੀਆਂ ਆਈਆਂ। ਨਹੀਂ, ਮੈਂ ਉਹ ਰਜਿਸਟਰ, ਇੱਕ ਸੱਚਾਈ ਜੇ, ਮੈਂ ਰਜਿਸਟਰ ਦੇ ਵਿੱਚ ਘਰ ਜਾ ਕੇ ਪਤਾ ਕੀ ਲਿਖਦਾ, ਮੈਂ ਇਹ ਲਿਖਦਾ ਵਾਂ ਵੀ ਜਿਹੜੀ ਉਸ ਬੰਦੇ ਨੇ 1 ਘੰਟਾ ਕਥਾ ਕੀਤੀ ਉਹਦੇ ਵਿੱਚ ਗਲਤੀਆਂ ਕੀ ਕੀਤੀਆਂ, ਉਹਦੇ ਵਿੱਚ ਉਹਦੇ ਕੋਲੋਂ ਗਲਤ ਕੀ ਬੋਲਿਆ ਗਿਆ। ਅਤੇ ਕਹਿਣ ਲੱਗਾ ਭਾਈ ਸਾਹਿਬ ਮੇਰਾ ਉਹ ਰਜਿਸਟਰ ਭਰ ਚੱਲਿਆ ਵਾ, ਮੈਂ ਰੋਜ਼ ਨੋਟ ਕਰਦਾ। ਮੈਂ ਕਿਹਾ ਸ਼ਾਬਾਸ਼ ਤੇਰੇ, ਉਹ ਕੋਈ ਸ਼ੁਭ ਗੁਣ ਇਕੱਠੇ ਕਰ, ਕੋਈ ਇਹ ਸੋਚਿਆ ਕਰ ਸਾਖੀ ਕਿਹੜੀ ਸੁਣਾਈ ਸੀ, ਕਿਹੜੇ ਗੁਰੂ ਜੀ ਦਾ ਜ਼ਿਕਰ ਕੀਤਾ ਸੀ, ਬਾਣੀ ਦੀ ਪੰਕਤੀ ਕਿਹੜੀ ਸੁਣਾਈ ਸੀ, ਤੂੰ ਗਲਤੀਆਂ ਹੀ ਫੜਦਾ ਰਹਿਣਾ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਨਹੀਂ ਜਪਣਾ, ਬਾਣੀ ਨਹੀਂ ਪੜ੍ਹਨੀ, ਅਰਥ ਨਹੀਂ ਸਿੱਖਣੇ। ਸ਼ਿਕਾਇਤ ਕਰਨ ਵਾਸਤੇ, ਕਿਸੇ ਦਾ ਬੁਰਾ ਕਰਨ ਵਾਸਤੇ, ਗੁਰੂ ਦਾ ਬੁਰਾ ਕਰਨ ਵਾਸਤੇ ਬੰਦਾ ਕਿੱਥੋਂ ਤੱਕ ਚਲਿਆ ਜਾਂਦਾ, ਉਹਦੇ ਬਾਰੇ ਆਏ ਸ਼ਬਦ। ਮਲ ਜੂਈ, ਜੂਈ ਦਾ ਅਰਥ ਜੂਆਂ ਵਾ। ਮਲ ਜੂਈ ਭਰਿਆ, ਨੀਲਾ ਕਾਲਾ ਖਿਦੋਲੜਾ, ਤਿੰਨ ਵੇ ਮੁਖ, ਵੇ ਮੁਖੈ ਨੂੰ ਪਾਇਆ। ਮਲ ਅਤੇ ਜੂਆਂ ਨਾਲ ਭਰਿਆ ਹੋਇਆ ਨੀਲਾ ਅਤੇ ਕਾਲਾ ਜੁੱਲਾ, ਉਸ ਬੇਮੁਖ ਨੇ ਬੇਮੁਖ ਨੂੰ ਪਾ ਦਿੱਤਾ। ਜਿਹੜੇ 2 ਜਣੇ ਗੁਰੂ ਦੀ ਸ਼ਿਕਾਇਤ ਕਰਨ ਵਾਸਤੇ ਗਏ ਸੀ, ਇੱਕ ਨੇ ਦੂਸਰੇ ਨੂੰ ਪਵਾ ਦਿੱਤਾ ਵੀ ਤੂੰ ਫਰਿਆਦੀ ਹੋ ਜਾ, ਲਿਆ ਮੈਂ ਤੇਰੀ ਮਦਦ ਕਰਦਾ। ਕੁਛ ਨਹੀਂ ਹੋਣ ਲੱਗਾ, ਮੈਲ ਨਾਲ ਜੂਆਂ ਨਾਲ ਭਰਿਆ, ਮੈਲਾ ਕਚੈਲਾ ਮੁਸ਼ਕ ਮਾਰਦਾ, ਇਹ ਤੂੰ ਚੋਲਾ ਪਾ ਲਾ ਆਪਣੇ ਸਰੀਰ ਦੇ ਉੱਤੇ। ਜੇ ਇਹ ਚੋਲਾ ਪਾ ਕੇ ਤੀਸਰੇ ਗੁਰੂ ਦੀ ਸ਼ਿਕਾਇਤ ਕਰ ਸਕਦੇ ਹਾਂ ਤਾਂ ਕੋਈ ਨਹੀਂ, ਅਸੀਂ ਇਹ ਵੀ ਪਾ ਲਾਂਗੇ। ਪਾਸ ਨਾ ਦੇਈ ਕੋਈ ਬਹਿਣ, ਜਗਤ ਮਹਿ ਗੂਹ ਪੜ, ਸਗਵੀ ਮਲ ਲਾਏ ਮਨ ਮੁਖ ਆਇਆ। ਸੰਸਾਰ ਵਿੱਚ ਉਸ ਨੂੰ ਕੋਈ ਕੋਲ ਬਹਿਣ ਨਹੀਂ ਦਿੰਦਾ, ਗੰਦ ਪੈ ਕੇ ਸਗੋਂ ਬਹੁਤੀ ਮੈਲ ਲਾ ਕੇ ਮਨਮੁਖ ਵਾਪਸ ਆਇਆ। ਅਕਬਰ ਬਾਦਸ਼ਾਹ ਦੇ ਦਰਬਾਰ ਤੱਕ ਪਹੁੰਚਦੇ ਹੋ ਗਈ,
ਉਹਨੇ ਕਿਹਾ ਵੀ ਹਾਂ ਦੱਸੋ ਕੀ ਗੱਲ ਆ। ਅੱਗੇ ਇਹਨਾਂ ਨੇ ਇੱਦਾਂ ਦੀਆਂ ਸ਼ਿਕਾਇਤਾਂ ਕੀਤੀਆਂ। ਅਕਬਰ ਨੇ ਸਾਰੀ ਘੋਖ ਪੜਤਾਲ ਕਰਵਾਈ। ਸਪਸ਼ਟ ਹੋ ਗਿਆ, ਤਹਿਕੀਕਾਤ ਵਿੱਚ ਸਪਸ਼ਟ ਹੋ ਗਿਆ ਵੀ ਨਹੀਂ, ਗੁਰੂ ਅਮਰਦਾਸ ਜੀ ਮਹਾਰਾਜ ਤੇ ਆਪਣੀ ਥਾਂ 'ਤੇ ਬਿਲਕੁਲ ਠੀਕ ਨੇ। ਇਹ ਜਾਣ ਬੁੱਝ ਕੇ ਇਹਨਾਂ ਦੀਆਂ ਸ਼ਿਕਾਇਤਾਂ ਕਰਦੇ ਆ। ਬੇਇੱਜ਼ਤ ਕਰਕੇ ਅਕਬਰ ਬਾਦਸ਼ਾਹ ਨੇ ਉਸ ਨੂੰ ਆਪਣੇ ਦਰਬਾਰ ਦੇ ਵਿੱਚੋਂ ਕੱਢ ਦਿੱਤਾ। ਉਲਟਾ ਬੇਇੱਜ਼ਤੀ ਕੀਤੀ ਕਿ ਤੂੰ ਸਾਡੇ ਪ੍ਰਬੰਧਕਾਂ ਨੂੰ, ਘੋਖ ਪੜਤਾਲ ਕਰਨ ਵਾਲਿਆਂ ਨੂੰ ਗਲਤ ਗਾਈਡ ਕੀਤਾ, ਤੂੰ ਝੂਠ ਬੋਲਿਆ ਵਾ। ਜਿਸ ਤਰ੍ਹਾਂ ਵੀ ਕਹਿ ਲਓ ਨਾ ਵੀ ਜਿਹੜੇ ਬੰਦੇ ਅਕਬਰ ਬਾਦਸ਼ਾਹ ਨੇ ਲਾਹੌਰ ਤੋਂ ਗੋਇੰਦਵਾਲ ਸਾਹਿਬ ਭੇਜੇ ਹੋਣਗੇ 5-7 ਬੰਦੇ, ਸਰਚ ਟੀਮ ਕਹਿ ਲਓ, ਫਲਾਇੰਗ ਦਸਤਾ ਕਹਿ ਲਓ, ਵੀ ਜਾਓ ਜਾ ਕੇ ਵੇਖੋ ਵੀ ਗੋਇੰਦਵਾਲ ਸਾਹਿਬ ਹੁੰਦਾ ਕੀ ਆ, ਜਿਹੜੀ ਉੱਥੋਂ ਸ਼ਿਕਾਇਤ ਆਈ ਆ। ਅਤੇ ਉਹਨਾਂ ਬੰਦਿਆਂ ਦੇ ਆਉਣ ਜਾਣ ਦਾ ਖਰਚਾ ਉਹ ਵੀ ਕਹਿ ਲਓ ਇਹਨੂੰ ਮਨਮੁੱਖ ਨੂੰ ਪਾ ਦਿੱਤਾ। ਤੂੰ ਸਾਡਾ ਐਵੇਂ ਟਾਈਮ ਬਰਬਾਦ ਕਰ ਦਿੱਤਾ ਝੂਠੀ ਸ਼ਿਕਾਇਤ ਕਰਕੇ। ਤੇਰੀ ਸ਼ਿਕਾਇਤ ਵਿੱਚ ਤਾਂ ਦਮ ਹੀ ਕੋਈ ਨਹੀਂ ਸੀ। ਇਹਨੂੰ ਹੁਣ ਕੋਈ ਆਪਣੇ ਕੋਲ ਨਹੀਂ ਬਹਿਣ ਦਿੰਦਾ। ਲੋਕ ਕਹਿੰਦੇ ਨਹੀਂ ਇਹ ਦੁਸ਼ਟ ਆ, ਇਹ ਭੈੜਾ ਵਾ, ਇਹਦਾ ਜੀਵਨ ਚੰਗਾ ਨਹੀਂ। ਪਾਸ ਨਾ ਦੇਈ ਕੋਈ ਬਹਿਣ, ਜਗਤ ਮਹਿ ਗੂਹ ਪੜ, ਸਗਵੀ ਮਲ ਲਾਏ ਮਨ ਮੁਖ ਆਇਆ। ਸੰਸਾਰ ਵਿੱਚ ਉਸ ਨੂੰ ਕੋਈ ਕੋਲ ਬਹਿਣ ਨਹੀਂ ਦਿੰਦਾ। ਗੰਦ ਪੈ ਕੇ ਸਗੋਂ ਬਹੁਤੀ ਮੈਲ ਲਾ ਕੇ ਮਨਮੁਖ ਵਾਪਸ ਆਇਆ। ਇਸ ਤਰ੍ਹਾਂ ਕਹਿ ਲਓ ਵੀ ਇਹਨਾਂ ਦੋਵਾਂ ਪਾਪੀਆਂ ਨੇ ਚੰਦਰਮਾ ਦੇ ਉੱਤੇ ਥੁੱਕਿਆ ਸੀ। ਉਹ ਚੰਦਰਮਾ ਦੇ ਉੱਤੇ ਵੀ ਕਦੀ ਥੁੱਕ ਪਹੁੰਚਦਾ ਹੁੰਦਾ? ਉਲਟਾ ਇਹਨਾਂ ਦੇ ਆਪਣੇ ਮੂੰਹ ਦੇ ਉੱਤੇ ਆਣ ਡਿੱਗਾ। ਪਰਾਈ ਜੋ ਨਿੰਦਾ ਚੁਗਲੀ ਨੂੰ ਵੇ ਮੁਖ ਕਰਕੇ ਭੇਜਿਆ, ਉਥੇ ਵੀ ਮੂੰਹ ਕਾਲਾ ਦੋਹਾਂ ਵੇ ਮੁੱਖਾਂ ਦਾ ਕਰਾਇਆ। ਜੋ ਮਨਮੁਖ ਪਰਾਈ ਨਿੰਦਾ ਤੇ ਚੁਗਲੀ ਕਰਨ ਲਈ ਸਲਾਹ ਕਰਕੇ ਭੇਜਿਆ ਗਿਆ ਸੀ, ਉੱਥੇ ਵੀ ਦੋਹਾਂ ਦਾ ਮੂੰਹ ਕਾਲਾ ਕੀਤਾ ਗਿਆ। ਬਾਦਸ਼ਾਹ ਨੇ ਕਿਹਾ ਝੂਠੀਆਂ ਸ਼ਿਕਾਇਤਾਂ ਕਰਦੇ ਗਿਰੇ ਹੋਏ ਇਨਸਾਨ, ਇਹਨਾਂ ਦਾ ਮੂੰਹ ਕਾਲਾ ਕਰਕੇ ਇਹਨਾਂ ਨੂੰ। ਇੱਕ ਮੈਂ ਜ਼ਿਕਰ ਕਰਾਂ, ਕਈ ਵਾਰੀ ਅਸੀਂ ਸੋਚਦੇ ਹਾਂ ਵੀ ਜਿਹੜੀ ਇਹ ਗੱਲ ਸੁਣਾਉਂਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਆ। ਗੁਰੂ ਗ੍ਰੰਥ ਸਾਹਿਬ 'ਚ ਪਤਾ ਜੇ ਕੀ ਲਿਖਿਆ? ਜੇ ਮੈਂ ਇਹ ਕਹਾਂ ਤਾਂ ਨਾਲ ਹੀ ਦਿਆਂ ਪ੍ਰਮਾਣ। ਅਕਬਰ ਬਾਦਸ਼ਾਹ ਕਹਿਣ ਲੱਗਾ ਵੀ ਇਹਨਾਂ ਨੂੰ ਮੇਰੇ ਦਰਬਾਰ ਦੇ ਵਿੱਚੋਂ ਮੂੰਹ ਕਾਲਾ ਕਰਕੇ ਤੇ ਛਿੱਤਰ ਮਾਰ ਕੇ ਕੱਢ ਦਿਓ। ਇਹ ਛਿੱਤਰ ਮਾਰਨ ਦੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਆ। ਕਿੱਥੇ? ਉਹ ਲਿਖਿਆ ਹੈ ਜਿੱਥੇ ਆਸਾ ਜੀ ਦੀ ਵਾਰ ਵਿੱਚ ਜ਼ਿਕਰ ਆਉਂਦਾ ਹੈ ਨਾ, ਥਾਉ ਨਾ ਹੋਵੀ ਪੌਂਦਈ ਹੁਣ ਸੁਣੀਏ ਕਿਆ ਰੁਆਇਆ। ਜਦੋਂ ਰੱਬ ਦੇ ਦਰਬਾਰ ਦੇ ਵਿੱਚ ਇਹਦੇ ਪਾਪੀ ਦੇ ਸਿਰ ਦੇ ਵਿੱਚ ਜੁੱਤੀਆਂ ਵੱਜਦੀਆਂ ਨੇ ਨਾ, ਥਾਉ ਨਾ ਹੋਵੀ ਪੌਂਦਈ, ਇਹਦਾ ਅਰਥ ਕੀ ਆ? ਜੁੱਤੀਆਂ ਪੈਂਦੀਆਂ ਨੇ ਤੇ ਇਹਨੂੰ ਸਿਰ ਲੁਕਾਉਣ ਨੂੰ ਕਿਤੇ ਥਾਂ ਨਹੀਂ ਲੱਭਦੀ। ਥਾਉ ਨਾ ਹੋਵੀ ਪੌਂਦਈ ਹੁਣ ਸੁਣੀਏ ਕਿਆ ਰੁਆਇਆ। ਫਿਰ ਇਹ ਬਹੁਤ ਰੋਂਦਾ ਕਰਲਾਉਂਦਾ, ਪਰ ਹੁਣ ਇਹਦਾ ਰੋਣਾ ਕਰਲਾਉਣਾ ਸੁਣੇ ਕੌਣ? ਹੁਣ ਕੁਝ ਨਹੀਂ ਹੋ ਸਕਦਾ। ਹੁਣ ਤੇ ਇਹਨੇ ਭਾਈ ਗੰਗੂ ਬ੍ਰਾਹਮਣ ਨੇ ਸਾਹਿਬਜ਼ਾਦੇ ਸ਼ਿਕਾਇਤ ਕਰਕੇ ਤੇ ਲਾਲਚ ਚਾਣ ਕੇ ਫੜਾ ਦਿੱਤੇ ਨੇ। ਹੁਣ ਨਹੀਂ ਕੋਈ ਹੱਲ ਹੋ ਸਕਦਾ। ਹੁਣ ਤੇ ਸਾਰੀ ਜ਼ਿੰਦਗੀ ਜਿੰਨਾ ਚਿਰ ਦੁਨੀਆ ਰਹਿਣੀ ਆ, ਗੰਗੂ ਬ੍ਰਾਹਮਣ ਨੂੰ ਲਾਹਣਤਾਂ ਪੈਂਦੀਆਂ ਰਹਿਣੀਆਂ। ਲਾਸਟ ਵਿੱਚ ਉਹ ਪਾਗਲ ਹੋ ਕੇ ਮਰਿਆ ਸੀ। ਪਰਾਈ ਜੋ ਨਿੰਦਾ ਚੁਗਲੀ ਨੂੰ ਵੇ ਮੁਖ ਕਰਕੇ ਭੇਜਿਆ, ਉਥੇ ਵੀ ਮੂੰਹ ਕਾਲਾ ਦੋਹਾਂ ਵੇ ਮੁੱਖਾਂ ਦਾ ਕਰਾਇਆ। ਤੜ ਸੁਣਿਆ, ਜਿਹੜੇ ਲੋਕ ਇਹੋ ਜਿਹਿਆਂ ਦੀ ਸੰਗਤ ਕਰਦੇ, ਸਪੋਰਟ ਕਰਦੇ, ਉਹਨਾਂ ਦਾ ਵੀ ਮੂੰਹ ਕਾਲਾ ਹੁੰਦਾ ਵੀ ਜਿਹੜੇ ਭੈੜਿਆਂ ਦੀ ਸੰਗਤ ਕਰਦੇ ਵੀ ਭੈੜੇ ਹੋਣਗੇ। ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਵੇ ਮੁਖ ਸਣੈ ਨਫਰੈ ਪੌਲੀ ਪੌਂਦੀ ਫਾਵਾ ਹੋਏ ਕੇ ਉੱਠ ਘਰ ਆਇਆ। ਸੰਸਾਰ ਵਿੱਚ ਸਭਨੀ ਥਾਈਂ ਤੁਰਤ ਸੁਣਿਆ ਗਿਆ ਕਿ ਹੇ ਭਾਈ, ਬੇਮੁਖ ਨੂੰ ਨੌਕਰ ਸਮੇਤ ਜੁੱਤੀਆਂ ਪਈਆਂ ਤੇ ਚੰਗਾ ਹੌਲਾ ਹੋ ਕੇ ਘਰ ਨੂੰ ਉੱਠ ਆਇਆ ਹੈ। ਆਪਣੇ ਨੌਕਰ ਨੂੰ ਨਾਲ ਲੈ ਕੇ ਗਿਆ ਸੀ ਸ਼ਿਕਾਇਤ ਕਰਨ। ਸਾਰੇ ਲੋਕਾਂ ਨੂੰ ਪਤਾ ਚੱਲ ਗਿਆ ਵੀ ਅਕਬਰ ਦੇ ਦਰਬਾਰ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਦੀ ਸ਼ਿਕਾਇਤ ਲੈ ਕੇ ਗਿਆ ਸੀ ਤੇ ਉੱਥੋਂ ਦੋਵੇਂ ਜਣੇ ਜੁੱਤੀਆਂ ਖਾ ਕੇ ਤੇ ਆਪਣਾ ਮੂੰਹ ਕਾਲਾ ਕਰਵਾ ਕੇ ਆਏ ਹਨ।
ਅੱਗੇ ਸੰਗਤੀ ਕੁੜਮੀ ਵੇ ਮੁਖ ਰਲ ਨਾ ਮਿਲੈ, ਤਾਂ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ। ਅੱਗੋਂ ਸੰਗਤਾਂ ਤੇ ਕੁੜਮਾਂ ਭਾਵ ਸਾਕਾਂ ਅੰਗਾਂ ਵਿੱਚ ਬੇਮੁਖ ਨੂੰ ਬਹਿਣਾ ਨਾ ਮਿਲੇ। ਹੁਣ ਸੰਗਤਾਂ ਨੂੰ ਕੀ ਮੂੰਹ ਵਿਖਾਵੇ, ਹੁਣ ਆਪਣੇ ਕੁੜਮਾਂ ਨੂੰ ਕੀ ਮੂੰਹ ਵਿਖਾਵੇ ਵੀ ਮੈਂ ਐਡੇ ਭੈੜੇ ਕੰਮ ਕਰਦਾ ਵਾਂ। ਤਾਂ ਫਿਰ ਵਹੁਟੀ ਤੇ ਭਤੀਜਿਆਂ ਨੇ ਲਿਆ ਕੇ ਘਰ ਵਿੱਚ ਟਿਕਾਣਾ ਦਿੱਤਾ। ਉਹਨਾਂ ਨੇ ਤਾਂ ਘਰ 'ਚ ਰੱਖਣਾ ਹੀ ਸੀ ਵੀ ਭਾਵੇਂ ਕਿੰਨਾ ਗਿਰਿਆ ਇਨਸਾਨ ਆ, ਘਰ ਵਾਲੇ ਨੂੰ ਥੋੜ੍ਹੀ ਕਹਿਣਾ ਸੀ ਵੀ ਜਾ ਹੁਣ ਸਾਡੇ ਘਰ ਨਾ ਵੜੀ, ਵੀ ਤੂੰ ਐਡਾ ਵੱਡਾ ਬੇਮੁਖ ਹੈ, ਗੁਰੂ ਦੀਆਂ ਸ਼ਿਕਾਇਤਾਂ ਕਰਦਾ, ਭੈੜੇ ਕੰਮ ਕਰਦਾ, ਗੋਇੰਦਵਾਲ ਸਾਹਿਬ ਦੇ ਵਿੱਚ ਰਹਿ ਕੇ ਭੈੜੇ ਕੰਮ ਕਰਦਾ, ਦੀਵੇ ਦੇ ਥੱਲੇ ਤੇਰੇ ਹਨੇਰਾ ਹੋਇਆ ਪਿਆ ਵੀ ਗੁਰੂ ਸਾਹਿਬ ਸਾਰਿਆਂ ਦਾ ਭਲਾ ਕਰਦੇ, ਤੂੰ ਤੇਰੀ ਜ਼ਿੰਦਗੀ ਚਿੱਚੜ ਵਾਲੀ ਬਣੀ ਆ। ਜਿਹੜਾ ਮੱਝ ਦਾ ਖੂਨ ਤੇ ਪੀ ਸਕਦਾ ਦੁੱਧ ਦਾ ਉਹਨੂੰ ਪਤਾ ਨਹੀਂ ਵੀ ਦੁੱਧ ਵੀ ਹੁੰਦਾ, ਉਹ ਖੂਨ ਹੀ ਪੀਂਦਾ। ਹੁਣ ਜਿਹੜੇ ਪਰਿਵਾਰ ਦੇ ਮੈਂਬਰ ਸੀ, ਉਹਦੀ ਘਰ ਵਾਲੀ, ਉਹਦੇ ਭਤੀਜੇ, ਉਹਨਾਂ ਨੇ ਕਿਹਾ ਵੀ ਚੱਲ ਹੁਣ ਤੇਰੀ ਬਥੇਰੀ ਹੋ ਗਈ, ਹੌਲਾ ਹੋ ਗਿਆ, ਤੂੰ ਚੁੱਪ ਕਰਕੇ ਘਰੇ ਬੈਠਿਆ ਕਰ, ਅੱਜ ਤੋਂ ਤੌਬਾ ਕਰ ਲੈ, ਅੱਜ ਤੋਂ ਬਾਅਦ ਇੱਦਾਂ ਦੇ ਪੰਗੇ ਨਾ ਖੜੇ ਕਰਿਆ ਕਰ, ਗੁਰੂ ਨਾਲ ਮੱਥਾ ਨਹੀਂ ਲਾਈਦਾ। ਹਲਤ ਪਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਧਿਆਇਆ। ਉਸ ਦੇ ਲੋਕ ਪਰਲੋਕ ਦੋਵੇਂ ਜਾਈ ਗਏ ਤੇ ਹੁਣ ਭੁੱਖਾ ਤੇ ਧਿਆਇਆ ਕੂਕਦਾ ਹੈ। ਪਾਪ ਕਰ ਕਰਕੇ ਜਿਹੜਾ ਧਨ ਪਦਾਰਥ ਇਕੱਠਾ ਕੀਤਾ ਸੀ ਨਾ, ਲੇਟੈਸਟ ਅਰਥ ਕਹਿ ਲਓ ਵੀ 10-10 ਹਜ਼ਾਰ 20-20 ਹਜ਼ਾਰ ਕਰਕੇ ਇਕੱਠਾ ਕੀਤਾ ਸੀ, ਉਹ ਸਾਰਾ ਇੱਕੋ ਵਾਰੀ ਚਲਿਆ ਗਿਆ। ਹੁਣ ਭੁੱਖਾ ਕੂਕਾਂ ਮਾਰਦਾ ਧਿਆਇਆ ਵੀ ਹੁਣ ਮੈਂ ਫਿਰ ਕੀ ਕਰਾਂ। ਗੰਗੂ ਬ੍ਰਾਹਮਣ ਨੇ ਮਾਤਾ ਗੁਜਰੀ ਜੀ ਦੀ ਜਿਹੜੀ ਧਨ ਵਾਲੀ ਥੈਲੀ ਸੀ, ਜਿਹੜੀ ਖੁਰਜੀ ਸੀ, ਉਹ ਲੁਕੋ ਦਿੱਤੀ ਸੀ ਇੱਕ ਛੱਪੜ ਦੇ ਵਿੱਚ। ਉਹਨੇ ਜਿੱਦਾਂ ਲੋਕ ਆਹ ਸਣ ਨੱਪ ਦਿੰਦੇ ਹੁੰਦੇ ਸੀ ਨਾ, ਜਿਹਦੇ ਨਾਲ ਮੰਜੇ ਉਣਦੇ ਆ, ਸਣ, ਤੁਹਾਡੇ ਇੱਥੇ ਇਲਾਕੇ 'ਚ ਕੁਝ ਹੋਰ ਕਹਿੰਦੇ ਹੋਣਗੇ। ਉਹ ਫਸਲ ਕੱਟ ਕੇ ਉਹਦੇ ਇੱਦੇ ਗੱਟੇ ਬਣਾ ਕੇ ਤੇ ਉਹਨੂੰ ਛੱਪੜ 'ਚ ਨੱਪ ਆਉਣਾ ਅਤੇ ਬਾਅਦ ਵਿੱਚ ਉਹ ਨੱਪੀ ਰਹਿਣੀ, ਫਿਰ ਉਹਨੂੰ ਕੱਢ ਲਿਆਉਣਾ, ਫਿਰ ਉਹ ਤੀਲੇ ਤੋੜ ਕੇ ਉਹਦੇ ਉੱਤੋਂ ਜਿਹੜੀ ਛਿੱਲ ਲਾਉਂਦੇ ਹੁੰਦੇ ਸੀ, ਜਿਹਦਾ ਵਾਣ ਬਣਦਾ ਸੀ ਮੰਜਿਆਂ ਦਾ, ਉਹਦੀ ਗੱਲ ਕਰਦਾ ਮੈਂ। ਉਹ ਗੰਗੂ ਬ੍ਰਾਹਮਣ ਨੇ ਕੀ ਕੀਤਾ ਸੀ ਵੀ ਜਿਹੜੀ ਮਾਤਾ ਜੀ ਦੇ ਕੋਲੋਂ ਰਾਤੀ ਧਨ ਵਾਲੀ ਥੈਲੀ ਚੁਰਾਈ ਸੀ, ਛੱਪੜ 'ਚ ਨੱਪ ਆਇਆ ਸੀ ਵੀ ਫਿਰ ਮੈਂ ਕੱਢ ਦਾਂਗਾ ਜਾ ਕੇ। ਸਿਪਾਹੀਆਂ ਨੇ ਜਦੋਂ ਉਹਦੇ ਗਲ 'ਚ ਅੰਗੂਠਾ ਦਿੱਤਾ ਵੀ ਦੱਸ ਉਹ ਮਾਤਾ ਜੀ ਦੇ ਕੋਲੋਂ ਜਿਹੜਾ ਧਨ ਤੂੰ ਚੋਰੀ ਕੀਤਾ ਕਿੱਥੇ ਆ? ਉਹ ਜੀ ਮੈਂ ਇੱਥੇ ਨੱਪਿਆ, ਉੱਥੇ ਲੱਭਿਆ ਹੀ ਨਾ, ਉੱਥੇ ਕਿਤੇ ਮੀਂਹ ਆਇਆ ਪਾਣੀ ਦੇ ਨਾਲ ਧਨ ਵਗੈਰਾ ਵਿੱਚ ਲੱਭੇ ਨਾ। ਸਿਪਾਹੀ ਕਹਿਣ ਜਾਣ ਬੁੱਝ ਕੇ ਤੂੰ ਸਾਨੂੰ ਸਹੀ ਥਾਂ ਟਿਕਾਣਾ ਨਹੀਂ ਦੱਸਦਾ। ਨਾਲੇ ਉਹ ਗੰਗੂ ਬ੍ਰਾਹਮਣ ਦੀ ਫਿਰ ਕਿੰਨੀ ਇਨਕੁਆਇਰੀ ਹੋਈ, ਕੀ ਪਤਾ ਇਹਨੇ ਮਾਤਾ ਜੀ ਦਾ ਕਿੰਨਾ ਕੁ ਧਨ ਚੁਰਾਇਆ ਵਾ। ਜਿਹੜਾ ਚੁਰਾਇਆ ਸੀ ਉਹ ਪਾਣੀ 'ਚ ਰੁੜ ਗਿਆ, ਉਹ ਵੀ ਨਾ ਲੱਭਾ, ਇਨਾਮ ਵੀ ਨਾ ਮਿਲਿਆ, ਉਲਟਾ ਸਿਪਾਹੀਆਂ ਦੇ ਕੋਲੋਂ ਨੂੰ ਕਿੰਨੀ ਕੁੱਟ ਪਈ। ਅਜੇ ਗੁਰੂ ਸਾਹਿਬ ਬਚਨ ਕਰਦੇ ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਏ। ਜੇ ਭਲਾ ਇਹੋ ਜਿਹੇ ਪਾਪ ਕਰਮ ਕਰੋ ਹੀ ਨਾ, ਜੇ ਪਹਿਲਾਂ ਹੀ ਚੰਗੇ ਚੱਲੀਏ ਬਾਅਦ 'ਚ ਪਛਤਾਉਣਾ ਨਾ ਪਵੇ। ਹਲਤ ਪਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਧਿਆਇਆ। ਉਸ ਦੇ ਲੋਕ ਪਰਲੋਕ ਦੋਵੇਂ ਜਾਈ ਗਏ ਤੇ ਹੁਣ ਭੁੱਖਾ ਤੇ ਧਿਆਇਆ ਕੂਕਦਾ ਹੈ। ਧੰਨ ਧੰਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸੱਚ ਬਹਿ ਆਪ ਕਰਾਇਆ। ਧੰਨ ਸਿਰਜਣਹਾਰ ਮਾਲਕ ਹੈ, ਜਿਸ ਨੇ ਆਪ ਗਉ ਨਾਲ ਸੱਚਾ ਨਿਆਉ ਕਰਾਇਆ ਹੈ। ਜੇ ਆਮ ਬੰਦੇ ਦੀ ਲੋਕਾਂ ਤੱਕ ਨਹੀਂ ਪਹੁੰਚ, ਰੱਬ ਤੱਕ ਤੇ ਪਹੁੰਚ ਹੈਗੀ ਆ ਨਾ। ਪਰਮਾਤਮਾ ਤੇ ਨਿਆਂ ਸੱਚਾ ਹੀ ਕਰਦਾ। ਤੇਰੇ ਘਰ ਸਦਾ ਸਦਾ ਹੈ ਨਿਆਉ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸਾਚੈ ਮਾਰ ਪਚਾਇਆ। ਕਿ ਜੋ ਮਨੁੱਖ ਪੂਰੇ ਗੁਰੂ ਦੀ ਨਿੰਦਾ ਕਰਦਾ, ਸੱਚਾ ਪ੍ਰਭੂ ਉਸ ਨੂੰ ਆਪ ਆਤਮਕ ਮੌਤ ਮਾਰ ਕੇ ਦੁਖੀ ਕਰਦਾ। ਇਹ ਅੱਖਰ ਤਿਨ ਆਖਿਆ, ਜਿਨ ਜਗਤ ਸਭ ਉਪਾਇਆ। ਇਹ ਨਿਆਂ ਦਾ ਬਚਨ ਉਸ ਪ੍ਰਭੂ ਨੇ ਆਪ ਆਖਿਆ ਹੈ, ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਤਾਂ ਕਰਕੇ ਭਾਈ ਸਾਨੂੰ ਸਦਾ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਕੋਲੋਂ ਡਰ ਕੇ ਰਹਿਣਾ ਚਾਹੀਦਾ। ਸਦਾ ਵਾਹਿਗੁਰੂ ਜੀ ਦੇ ਭਾਣੇ ਵਿੱਚ ਰਹੀਏ, ਠੀਕ ਤਰੀਕੇ ਨਾਲ ਰਹੀਏ, ਲੋਕਾਂ ਨੂੰ ਬੁੱਧੂ ਨਹੀਂ ਬਣਾਉਣਾ, ਕਿਸੇ ਨੂੰ ਮੂਰਖ ਨਹੀਂ ਬਣਾਉਣਾ। ਹੁਣ ਆ ਦੇਖਿਆ ਹੀ ਨਾ, ਜੇ ਤੁਸੀਂ ਕੱਲ੍ਹ ਖਬਰ ਪੜ੍ਹੀ, ਇੱਕ ਬਾਬਾ ਕਹਿੰਦਾ ਸੀ ਵੀ ਮੈਂ ਤਾਂ ਤੁਹਾਡੇ ਹੱਥ ਚੁੰਮ ਕੇ ਤੁਹਾਡਾ ਕਰੋਨਾ ਠੀਕ ਕਰ ਸਕਦਾ ਵਾਂ।
ਉਹ ਕਿੰਨੇ ਲੋਕੀ ਉਹਦੇ ਕੋਲ ਜਾਂਦੇ ਰਹੇ, ਫਿਰ ਉਹ ਬਾਬਾ ਆਪ ਹੀ ਕਰੋਨਾ ਹੋ ਕੇ ਮਰ ਗਿਆ। ਹੁਣ ਜਿਹੜੇ ਉਹਦੇ ਸ਼ਰਧਾਲੂ ਸੀ ਸਾਰਿਆਂ ਨੂੰ ਹਸਪਤਾਲ 'ਚ ਉੱਥੇ ਕੈਦ ਕੀਤਾ। ਜਿਹੜੇ ਵੀ ਲੋਕੀ ਭੈੜਾ ਕੰਮ ਕਰਦੇ, ਲੋਕਾਂ ਨੂੰ ਬੁੱਧੂ ਬਣਾਉਂਦੇ, ਭੈੜੇ ਕਰਮ ਕਰਦੇ, ਉਹਨਾਂ ਦਾ ਜਿਹੜਾ ਹਸ਼ਰ ਆ ਉਹ ਫਿਰ ਸਾਧ ਸੰਗਤ ਜੀ ਬਹੁਤ ਬੁਰਾ ਹੁੰਦਾ। ਤੋ ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਮੈਂ ਆ ਪਿਛਲੇ 3 ਕੁ ਦਿਨਾਂ ਤੋਂ ਕੁਝ ਕਵਿਤਾਵਾਂ ਲਿਖ ਰਿਹਾ ਵਾਂ। ਇੱਕ ਮੈਂ ਲਿਖੀ ਆ ਕਵਿਤਾ ਦੀ ਕਵਿਤਾ। ਉਹ ਕਵਿਤਾ ਲਿਖਣੀ ਕੋਈ ਹੋਰ ਸੀ, ਉਹਦਾ ਥੀਮ, ਉਹਦਾ ਬੇਸ ਇਹ ਸੀ ਵੀ ਜਿਹੜੀ ਸਾਡੀ ਜ਼ਿੰਦਗੀ ਸਾਰੀ ਕਵਿਤਾ ਹੀ ਆ। ਜਦੋਂ ਬੱਚਾ ਪੈਦਾ ਹੁੰਦਾ ਉਹਨੂੰ ਲੋਰੀਆਂ ਸੁਣਾਉਂਦੇ, ਉਹ ਵੀ ਕਵਿਤਾ ਹੀ ਆ। ਜਦੋਂ ਵੱਡਾ ਹੁੰਦਾ ਕੋਈ ਵਿਆਹ ਸ਼ਾਦੀ ਦੇ ਗੀਤ ਗਾਉਂਦੇ, ਉਹ ਵੀ ਕਵਿਤਾ ਹੀ ਆ। ਜਦੋਂ ਮਰ ਜਾਂਦਾ, ਜਦੋਂ ਲੈ ਕੇ ਚੱਲਦੇ ਵੈਣ ਪਾਉਂਦੇ, ਉਹ ਵੀ ਕਵਿਤਾ ਹੀ ਆ। ਇਹ ਕਵਿਤਾ ਗੀਤ ਬੰਦੇ ਦਾ ਸਾਰੀ ਜ਼ਿੰਦਗੀ ਸਾਥ ਨਹੀਂ ਛੱਡਦਾ। ਲਿਖਣਾ ਇੱਦਾਂ ਸੀ, ਉਹ ਗੱਲ ਕਿਸੇ ਹੋਰ ਪਾਸੇ ਨੂੰ ਚੱਲ ਪਈ। ਫਿਰ ਇਹ ਲਿਖਿਆ ਗਿਆ ਵੀ ਕਵਿਤਾ ਇੱਕ ਬੱਚੀ ਵੀ ਆ ਜਿਹਨੂੰ ਲੋਕ ਜਨਮ ਨਹੀਂ ਲੈਣ ਦਿੰਦੇ, ਅਤੇ ਜਨਮ ਲੈਣ ਤੋਂ ਪਹਿਲਾਂ ਜਿਹਨੂੰ ਵੱਢ ਟੁੱਕ ਕੇ ਕੂੜੇਦਾਨ 'ਚ ਸੁੱਟ ਦਿੰਦੇ ਨੇ। ਗੁਰੂ ਸਾਹਿਬ ਨੇ ਕਿਹਾ ਨਾ ਵੀ ਕੁੜੀ ਮਾਰ ਨਾਲ ਨਹੀਂ ਵਰਤਣਾ ਜਿਹੜੇ ਇਸ ਤਰ੍ਹਾਂ ਦੇ ਪਾਪ ਕਰਦੇ ਆ। ਤੋ ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਦੇ ਉੱਤੇ ਕਿਰਪਾ ਕਰਨ। ਅੱਜ ਗੁਰੂ ਸਾਹਿਬ ਕਿਰਪਾ ਕਰਨਗੇ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਦੇ ਵਿੱਚ ਇੱਕ ਮੈਂ ਕਵਿਤਾ ਲਿਖਣੀ ਆ ਕਿ 22 ਹਾੜ ਨੂੰ ਹਰਗੋਬਿੰਦ ਗੁਰ ਦੁਰਗਾਪੁਰ ਵਿੱਚ ਆਏ। ਉਹ ਸਾਰਾ ਇਤਿਹਾਸ ਕਿੱਥੋਂ ਆਏ, ਕਿੱਧਰ ਨੂੰ ਗਏ, ਕਿਵੇਂ ਹੋਇਆ, ਨਾਲ ਕੌਣ ਕੌਣ ਸੀ ਇਤਿਆਦਿਕ, ਉਹ ਸਾਰਾ ਗੁਰੂ ਸਾਹਿਬ ਜੀ ਜਿਹੜਾ ਗਿਆਨ ਇਤਿਹਾਸ ਬਖਸ਼ਿਸ਼ ਕਰਨਗੇ ਅਤੇ ਉਹ ਸਾਰੇ ਨੂੰ ਇੱਕ ਕਵਿਤਾ ਦੇ ਵਿੱਚ ਮਹਾਰਾਜ ਜੀ ਨੇ ਬੰਦ ਕਰਵਾ ਦੇਣਾ। ਤੋ ਫਤਿਹ। ਜੇ ਤੁਸੀਂ ਸੁਣਨਾ ਹੋਵੇ ਉਹ ਮੈਟਰ, ਤੇ ਆ ਪ੍ਰਸ਼ਾਦ ਦੇ ਕੋਲ ਜਿਹੜੇ ਇਸ਼ਤਿਹਾਰ ਪਏ ਨੇ ਨਾ, ਇੱਥੇ ਮੈਂ ਅਪਲੋਡ ਕਰ ਦਿੰਦਾ ਹਾਂ। ਇੱਥੋਂ ਤੁਸੀਂ ਉਹ ਸੁਣ ਕੇ ਅਤੇ ਲਾਭ ਪ੍ਰਾਪਤ ਕਰ ਸਕਦੇ ਹੋ। ਇੱਕ ਮੈਂ ਕਰੋਨਾ ਦੇ ਬਾਰੇ ਵੀ ਕੱਲ੍ਹ ਕਵਿਤਾ ਲਿਖੀ ਸੀ ਵੀ ਗਿਆ ਕਰੋਨਾ ਫੇਰ ਆ ਗਿਆ, ਵੀ ਕਿੱਦਾਂ ਲੋਕੀ ਵਿਚਾਰੇ ਜਿਹੜੇ ਮੁਸੀਬਤਾਂ ਦੇ ਨਾਲ ਮੁਕਾਬਲਾ ਕਰਦੇ ਪਏ ਨੇ, ਉਹਨਾਂ ਦੀ ਜ਼ਿੰਦਗੀ 'ਚ ਕਿੰਨੀਆਂ ਮੁਸ਼ਕਲਾਂ ਆ ਗਈਆਂ ਨੇ, ਕਿੰਨੇ ਲੋਕ ਦੁਖੀ ਹੋ ਗਏ ਨੇ, ਹੁਣ ਕੀ ਹੋ ਸਕਦਾ। ਤੋ ਫਤਿਹ ਪ੍ਰਵਾਨੋ ਜੀ। ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ